ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡਾ ਕਵਿਤਾ ਸਿੰਘ ਤੇ ਸਾਡੇ ਸਟੱਡੀ ਵੀਜ਼ਾ ਐਕਸਪਰਟ ਵੀ ਸਾਡੇ ਨਾਲ ਮੌਜੂਦ ਨੇ ਜੀ ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਤੁਹਾਡੀ ਮਦਦ ਕਰਨਗੇ। ਤੁਸੀਂ ਕਾਲ ਕਰ ਸਕਦੇ ਹੋ, ਜਦੋਂ ਵੀ ਕਾਲ ਕਰਦੇ ਹੋ ਆਪਣੀ ਟੀਵੀ ਦੀ ਆਵਾਜ਼ ਨੂੰ ਹੌਲੀ ਰੱਖਿਆ ਕਰੋ। ਸਵਾਲ ਕਈ ਹੈਗੇ ਨੇ, ਕੈਨੇਡਾ ਸਟੱਡੀ ਵੀਜ਼ਾ ਦੀ ਅਸੀਂ ਹਮੇਸ਼ਾ ਗੱਲ ਕੀਤੀ ਤੇ ਕਰਦੇ ਰਵਾਂਗੇ ਜੀ ਇਸ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਸੋ ਕ੍ਰੀਏਟਿਵ ਫਿਊਚਰ ਤੋਂ ਮੈਡਮ ਗੁਰਪ੍ਰੀਤ ਅੱਜ ਇੱਕ ਵਾਰ ਫਿਰ ਤੋਂ ਸਾਡੇ ਨਾਲ ਨੇ ਇਸ ਸ਼ੋਅ ਦੇ ਵਿੱਚ। ਮੈਮ ਸਤਿ ਸ਼੍ਰੀ ਅਕਾਲ, ਵੈਲਕਮ ਟੂ ਦ ਸ਼ੋਅ। ਥੈਂਕ ਯੂ ਜੀ। ਸੋ ਕੈਨੇਡਾ ਸਟੱਡੀ ਵੀਜ਼ਾ ਸੋ ਦੇਖਿਆ ਜਾਏ ਤੇ ਅਸੀਂ ਅਪਲਾਈ ਕੀਤਾ ਜੀ ਸੈਪਟੈਂਬਰ ਇਨਟੇਕ। ਇਸ ਵਾਰੀ ਕਾਫੀ ਔਕੜਾਂ ਭਰਿਆ ਰਿਹਾ ਸਾਡੇ ਸਟੂਡੈਂਟਸ ਦੇ ਵਾਸਤੇ, ਸਾਡੇ ਵਿਦਿਆਰਥੀਆਂ ਦੇ ਵਾਸਤੇ ਜਿਨ੍ਹਾਂ ਨੇ ਅਪਲਾਈ ਕੀਤਾ ਸੀਗਾ। ਸੋ ਅੱਜ ਵੀ ਕਈ ਇੱਦਾਂ ਦੇ ਸਟੂਡੈਂਟਸ ਨੇ ਜਿਹੜੇ ਵੇਟ ਕਰ ਰਹੇ ਨੇ ਕਿ ਹਾਂਜੀ ਸਾਡਾ ਰਿਜ਼ਲਟ ਨਹੀਂ ਆਇਆ, ਨਹੀਂ ਸਾਡੀਆਂ ਪਾਸਪੋਰਟ ਰਿਕੁਐਸਟ ਨਹੀਂ ਆ ਰਹੀਆਂ। ਸੋ ਮੈਂ ਉਹਨਾਂ ਸਟੂਡੈਂਟਸ ਦੀ ਗੱਲ ਕਰ ਰਹੀ ਹਾਂ ਜੀ ਜਿਨ੍ਹਾਂ ਨੇ ਕਿ ਪਿਛਲੇ ਸਾਲ ਦੇ ਜਿਹੜੇ ਅਪਲਾਈ ਕੀਤੇ ਪਏ ਨੇ, ਪੈਂਡਿੰਗ ਦੇ ਵਿੱਚ ਜਿਨ੍ਹਾਂ ਦੇ ਰਿਜ਼ਲਟ ਚੱਲ ਰਹੇ ਨੇ। ਸੋ ਫਿਲਹਾਲ ਅਗਰ ਮੈਂ ਪਿਛਲੇ ਕੁਝ ਸਮੇਂ ਦੀ ਗੱਲ ਕਰਾਂ, ਮਹੀਨਾ ਪਹਿਲਾਂ, ਤਾਂ ਕਾਫੀ ਸਾਨੂੰ ਰਿਜੈਕਸ਼ਨਸ ਵੀ ਦੇਖਣੀਆਂ ਪਈਆਂ ਸੀ। ਸੋ ਪ੍ਰੋਫਾਈਲ ਚਾਹੇ ਬਹੁਤ ਵਧੀਆ ਸੀ ਜੀ, ਸਾਡੇ ਸਟੂਡੈਂਟਸ ਦੀ ਉਮੀਦ ਨਹੀਂ ਸੀਗੀ ਕਿ ਹਾਂਜੀ ਮੇਰਾ ਵੀਜ਼ਾ ਰਿਜੈਕਟ ਹੋਏਗਾ, ਕਾਫੀ ਕੌਨਫੀਡੈਂਟ ਸੀਗੇ, ਬਟ ਸਟਿਲ ਕਿ ਸਾਨੂੰ ਰਿਜੈਕਸ਼ਨਸ ਮਿਲੀਆਂ। ਬਟ ਹੁਣ ਜਿਹੜਾ ਫਿਲਹਾਲ ਦਾ ਸਿਨੈਰੀਓ ਜੀ ਉਹਦੇ ਵਿੱਚ ਕਿ ਵੀਜ਼ਾਸ ਆਉਣੇ ਸ਼ੁਰੂ ਹੋ ਚੁੱਕੇ ਨੇ, ਹੁਣ ਸਟੂਡੈਂਟਸ ਨੂੰ ਵੀਜ਼ਾ ਪ੍ਰਾਪਤ ਹੋ ਰਹੇ ਨੇ। ਸੋ ਆਉਣ ਵਾਲਾ ਜਿਹੜਾ ਹੁਣ ਸੈਪਟੈਂਬਰ ਇਨਟੇਕ ਦਾ ਜਿਹੜਾ ਸਮਾਂ ਹਾਲੇ ਹੋਰ ਕਿੱਦਾਂ ਦਾ ਸਾਨੂੰ ਵੇਖਣ ਨੂੰ ਮਿਲੇਗਾ, ਇਹਦੇ ਉੱਤੇ ਸਭ ਤੋਂ ਪਹਿਲਾਂ ਗੁਰਪ੍ਰੀਤ ਮੈਮ ਕੀ ਕਹਿਣਾ ਚਾਹੁੰਦੇ ਹੋ? ਅੱਛਾ ਸਮਾਂ ਹੈ ਕਿਵਤਾ ਜੀ। ਅੱਛਾ ਸਟੂਡੈਂਟ ਦਾ ਜਿਹੜਾ ਸਾਨੂੰ ਨਜ਼ਰ ਆ ਰਿਹਾ ਸਕਸੈਸ ਰੇਟ ਵੀਜ਼ਾ ਦਾ ਅੱਛਾ ਨਿਕਲ ਕੇ ਆ ਰਿਹਾ, ਵੀਜ਼ਾਸ ਗ੍ਰਾਂਟ ਹੋ ਰਹੇ ਨੇ ਬੱਚਿਆਂ ਦੇ। ਤੇ ਕੁਝ ਬੱਚੇ ਸਾਡੇ ਕਾਲੇ ਵੀ ਪਏ ਹੋਏ ਨੇ ਕਿਉਂਕਿ ਬਾਕੀਆਂ ਦੇ ਰਿਜ਼ਲਟਸ ਆ ਗਏ, ਸਾਡੇ ਨਹੀਂ ਆਏ। ਵਾਰੀ ਸਿਰ ਸਾਰਿਆਂ ਦੇ ਰਿਜ਼ਲਟਸ ਜਿਹੜੇ ਆ ਉਹ ਕਲੀਅਰ ਹੋਣਗੇ ਔਰ ਵੀਜ਼ਾ ਅਫਸਰ ਇਸ ਟਾਈਮ ਕਾਫੀ ਅੱਛੇ ਮੂਡ ਦੇ ਵਿੱਚ ਹੈ ਕਿ ਵੀਜ਼ਾਸ ਗ੍ਰਾਂਟ ਹੋ ਰਹੇ ਨੇ। ਕਿਉਂਕਿ ਆਪਾਂ ਪਿਛਲੇ ਵਾਰ ਇਹ ਕਹਿ ਰਹੇ ਸੀ ਕਿ ਵੀਜ਼ਾ ਅਫਸਰ ਦਾ ਜਿਹੜਾ ਮੂਡ ਆ ਉਹ ਖਰਾਬ ਹੋ ਚੁੱਕਿਆ ਹੈ ਜਾਂ ਉਹਨਾਂ ਨੇ ਕੋਈ ਆਟੋ ਲਾ ਦਿੱਤਾ ਹੈ ਕਿ ਉਹਦੇ ਜਿਹਦੇ ਕਰਕੇ ਵੀਜ਼ਾ ਰਿਜੈਕਟ ਹੀ ਹੋ ਰਹੇ ਨੇ, ਰਿਜੈਕਟ ਹੋ ਰਿਹਾ। ਇਹੋ ਜਿਹਾ ਕੁਝ ਨਹੀਂ। ਇਸ ਟਾਈਮ ਵੀਜ਼ਾ ਅਫਸਰ ਜਿਹੜੇ ਵੀਜ਼ਾ ਗ੍ਰਾਂਟ ਕਰ ਰਹੇ ਆ, ਪਾਸਪੋਰਟ ਰਿਕੁਐਸਟ ਵੀ ਆ ਰਹੀਆਂ। ਕੁਝ ਕੁ ਬੱਚਿਆਂ ਦੇ ਜਿਹੜੇ ਵੀਜ਼ਾਸ ਵੀ ਗ੍ਰਾਂਟ ਹੋਏ ਨੇ, ਕਿ ਬਹੁਤ ਸਾਰੇ ਬੱਚਿਆਂ ਦੇ ਆਪਾਂ ਨਹੀਂ ਕਹਿ ਸਕਦੇ ਕਿ ਜੇ ਵੀਜ਼ਾ ਸਟੈਂਪਡ ਹੋ ਕੇ ਆ ਗਏ ਨੇ, ਵਾਰੀ ਲੱਗੀ ਹੋਈ ਹੈ। ਜਿਵੇਂ ਜਿਵੇਂ ਪਾਸਪੋਰਟ ਸਬਮਿਟ ਹੋ ਰਹੇ ਨੇ ਬੱਚਿਆਂ ਦੇ ਵੀਜ਼ਾਸ ਵੀ ਸਟੈਂਪਡ ਹੋ ਰਹੇ ਨੇ ਔਰ ਸਤੰਬਰ ਇਨਟੇਕ ਹੋਪਫੁਲੀ ਬਹੁਤ ਅੱਛਾ ਜਾਊਗਾ ਸਾਡੇ ਸਟੂਡੈਂਟਸ ਦੇ ਲਈ। ਤੇ ਟਰੈਵਲਿੰਗ ਵੀ ਹੌਲੀ ਹੌਲੀ ਕਰਕੇ ਬੈਨ ਜਿਹੜਾ ਹਟ ਰਿਹਾ ਔਰ ਖੁੱਲ ਰਹੀ ਆ। ਔਰ ਜਿਹੜੇ ਬੱਚਿਆਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ, ਆਪਣੀ ਵੈਕਸੀਨੇਸ਼ਨ ਦੀਆਂ ਦੋਨੋਂ ਡੋਜ਼ ਕੰਪਲਸਰੀ ਨੇ ਟਰੈਵਲ ਕਰਨ ਦੇ ਲਈ, ਉਹ ਜ਼ਰੂਰ ਕਰਵਾ ਲੈਣ ਕਿਉਂਕਿ ਇਹ ਚੀਜ਼ਾਂ ਸਾਨੂੰ ਧਿਆਨ ਵਿੱਚ ਰੱਖ ਕੇ ਤਾਂ ਹੀ ਆਪਾਂ ਅੱਗੇ ਟਰੈਵਲ ਕਰ ਸਕਦੇ ਜੀ। ਸੋ ਸੈਪਟੈਂਬਰ ਤੋਂ ਇਲਾਵਾ ਹੁਣ ਅਸੀਂ ਗੱਲ ਕਰਾਂਗੇ ਜੀ ਸਾਡੇ ਜਿਹੜੇ ਫਰੈਸ਼ ਹੁਣ ਪਾਸ ਆਊਟ ਹੋਏ ਨੇ 12ਵੀਂ ਸਾਡੇ ਸਟੂਡੈਂਟਸ, ਤੁਹਾਡੇ ਵਾਸਤੇ ਜੀ ਐਡਮਿਸ਼ਨ ਦਾ ਕ੍ਰਾਈਟੇਰੀਆ, ਰਿਕੁਆਇਰਮੈਂਟਸ, ਜੋ ਵੀ ਫਾਰਮੈਲਿਟੀਜ਼ ਹੈਗੀਆਂ ਨੇ ਕੀ ਰਹਿਣਗੀਆਂ, ਫਿਰ ਚਾਹੇ ਘਰ ਦੇ ਇਸ ਵੇਲੇ ਦੇਖਦੇ ਪਏ ਨੇ ਪ੍ਰੋਗਰਾਮ ਨੂੰ, ਤੁਸੀਂ ਵੀ ਜ਼ਰੂਰ ਡਿਸਕਸ ਕਰਨਾ ਹੈ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਸਰ ਕੌਣ ਬੋਲ ਰਹੇ ਹੋ? ਮੈਂ ਹਰਪ੍ਰੀਤ ਗੱਲ ਕਰ ਰਿਹਾ ਜੀ। ਹਰਪ੍ਰੀਤ ਕਿਹੜੀ ਜਗ੍ਹਾ ਤੋਂ? ਫਗਵਾੜੇ ਤੋਂ ਜੀ। ਕੀ ਸਵਾਲ ਹੈ? ਸਵਾਲ ਇਹ ਹੈ ਜੀ, ਮੇਰੇ ਨਾਲ 4 ਰਿਫਿਊਜ਼ਲ ਆ ਚੁੱਕਾ ਹੁਣ ਤੱਕ। ਅੱਛਾ। ਹਾਂਜੀ। ਤੇ ਮੇਰੇ ਜਾਨੀ ਕਿ 2 ਮੋਡਿਊਲ ਚੋਂ 5.5 ਸੀ, 2 ਚੋਂ 5.5 ਤੇ 2 ਚੋਂ 6। ਹਾਂਜੀ। ਤੇ ਤੁਸੀਂ ਚਾਰੋਂ ਟਾਈਮ ਇਸੇ ਪ੍ਰੋਫਾਈਲ ਦੇ ਉੱਤੇ ਅਪਲਾਈ ਕੀਤਾ 5.5 ਦੇ ਨਾਲ? ਹਾਂਜੀ। ਕਿ ਆਇਲਟਸ ਰਿਪੀਟ ਕੀਤਾ ਹੈ? ਆਇਲਟਸ ਰਿਪੀਟ ਨਹੀਂ ਕੀਤੀ? ਨਹੀਂ, ਰਿਪੀਟ ਨਹੀਂ ਕੀਤਾ ਜੀ ਹਜੇ ਤੱਕ। ਤੇ ਹੁਣ ਐਕਸਪਾਇਰ ਹੈ ਜਾਂ ਹਲੇ ਵੀ ਵੈਲਿਡ ਹੈਗੀ? ਨਹੀਂ ਹੈਗਾ ਮੈਮ, ਹੈਗਾ ਹਲੇ ਵੀ ਹੈ। ਤੇ ਤੁਹਾਡੀ ਐਜੂਕੇਸ਼ਨ ਕੀ ਹੈ? +2 ਕੀਤੀ ਹੈ ਮੈਂ 2018 ਦੇ ਵਿੱਚ। 18 ਦੇ ਵਿੱਚ। ਰਿਜੈਕਸ਼ਨ ਦਾ ਰੀਜ਼ਨ ਕੀ ਦੱਸਿਆ ਉਹਨਾਂ ਨੇ? ਰਿਜੈਕਸ਼ਨ ਦਾ ਰੀਜ਼ਨ ਆਇਆ ਜੀ 2 ਵਾਰੀ ਤਾਂ ਆਇਆ ਸੀਗਾ ਵੀ ਮੈਂ ਇੱਕ ਹੀ ਕਾਲਜ ਦੇ ਵਿੱਚ ਐਡਮਿਸ਼ਨ ਸੀਗੀ ਤੇ ਉਹਨਾਂ ਦਾ ਰਿਜੈਕਸ਼ਨ ਦਾ ਤਾਂ ਇੱਕ ਹੀ ਰੀਜ਼ਨ ਆਉਂਦਾ ਜੀ SOP ਪ੍ਰੋਬਲਮ, ਜਾਂ ਮੰਨ ਲਓ ਆਖ ਦਿੰਦਾ ਤੁਸੀਂ ਵਾਪਸ ਨਹੀਂ ਆਉਂਗੇ। ਅੱਛਾ। ਤੇ ਬਾਕੀ ਜਿਹੜੇ 2 ਵਾਰੀ ਰਿਜੈਕਸ਼ਨਸ ਆਈਆਂ ਉਹਨਾਂ ਦੇ ਵਿੱਚ ਇੱਕ ਵਾਰੀ SOP ਦਾ ਆਇਆ ਸੀ, ਇੱਕ ਵਾਰੀ ਫੰਡ ਦਾ ਆਇਆ ਸੀ। ਇੱਕ ਵਾਰੀ ਫੰਡ ਦਾ ਆਇਆ ਕਿਉਂਕਿ ਨੌਨ STS ਕੈਟਾਗਰੀ ਹੈ ਜਿੱਦਾਂ ਗੁਰਪ੍ਰੀਤ ਮੈਮ, ਇਹਨਾਂ ਦੀ 4 ਵਾਰ ਰਿਫਿਊਜ਼ਲ ਆ ਗਈ ਹੈ। ਕੀ ਤੁਸੀਂ ਇਹਨਾਂ ਨੂੰ ਐਡਵਾਈਸ ਕਰੋਗੇ? ਦੇਖੋ ਕਵਿਤਾ ਜੀ, 4 ਵਾਰ ਰਿਫਿਊਜ਼ਲ ਦੇਣ ਤੋਂ ਬਾਅਦ ਵੀਜ਼ਾ ਅਫਸਰ ਨੇ ਕਿਤੇ ਵੀ ਆਇਲਟਸ ਸਕੋਰ ਲੋ ਨੂੰ ਲੈ ਕੇ ਕਈ ਵੀ ਗੱਲ ਨਹੀਂ ਕੀਤੀ। 4 ਵਾਰ ਰਿਫਿਊਜ਼ਲ ਦੇ ਰੀਜ਼ਨਸ ਅਲੱਗ-ਅਲੱਗ ਰਹੇ ਨੇ। SOP 'ਚ ਵੀ ਵੇਖੋ ਉਹਨੂੰ ਵੀਜ਼ਾ ਅਫਸਰ ਨੂੰ ਉਹਦੀਆਂ ਅਟੈਂਸ਼ਨਸ ਕਲੀਅਰ ਨਹੀਂ ਹੋਈਆਂ। ਸਟੂਡੈਂਟ ਆਪ ਹੀ ਦੱਸ ਰਿਹਾ, ਇੱਕ ਵਾਰ ਫੰਡਿੰਗ ਨੂੰ ਲੈ ਕੇ ਉਹਦਾ ਜਿਹੜਾ ਰੀਜ਼ਨ ਆਇਆ, ਇੱਕ ਵਾਰ ਉਹਦਾ 2 ਵਾਰ ਰੀਜ਼ਨ ਆਇਆ ਕਿ ਤੁਸੀਂ ਵਾਪਸ ਨਹੀਂ ਆਉਣਾ। ਦੇਖੋ ਕਿਤੇ ਵੀ ਆਇਲਟਸ ਲੋ ਸਕੋਰ ਕਰਕੇ ਤੁਹਾਡਾ ਰਿਫਿਊਜ਼ ਨਹੀਂ ਹੋਇਆ। ਇਸ ਕਰਕੇ ਆਇਲਟਸ ਸਕੋਰ ਨੂੰ ਆਪਾਂ ਇੱਕ ਸਾਈਡ 'ਤੇ ਰੱਖਦੇ ਹੋਏ ਦੂਜੀਆਂ ਚੀਜ਼ਾਂ
ਚੀਜ਼ਾਂ ਤੇ ਆਪਾਂ ਧਿਆਨ ਦਈਏ ਕਿ ਫੰਡਿੰਗ ਅਸੀਂ ਕਿਵੇਂ ਲਾਈ ਸੀਗੀ, GIC ਕਰਵਾਇਆ ਸੀ ਜਾਂ ਨਹੀਂ ਕਰਵਾਇਆ ਸੀਗਾ, ਫੰਡਿੰਗ ਦੇ ਡਾਕੂਮੈਂਟਸ ਕੀ ਗਏ ਸੀ, ਇਨਕਮ ਸੋਰਸ ਅਸੀਂ ਕੀ ਦਿਖਾਇਆ ਸੀ, SOP ਦੇ ਵਿੱਚ ਅਸੀਂ ਕਿਹੜੀਆਂ ਚੀਜ਼ਾਂ ਜਿਹੜੀਆਂ ਮੈਂਸ਼ਨ ਨਹੀਂ ਕੀਤੀਆਂ, ਵੀਜ਼ਾ ਅਫਸਰ ਸਾਡੇ ਤੋਂ ਸੈਟੀਸਫਾਈ ਨਹੀਂ ਹੋਇਆ। 4 ਰਿਫਿਊਜ਼ਲ ਤੋਂ ਬਾਅਦ ਵੀ ਜੇ ਤੁਸੀਂ ਐਵੇਂ ਹੀ ਪ੍ਰੋਫਾਈਲ ਨੂੰ ਲਾਓਗੇ ਤੇ ਵੀਜ਼ਾ ਗ੍ਰਾਂਟ ਨਹੀਂ ਹੋਣਾ। ਸਭ ਤੋਂ ਪਹਿਲਾਂ ਸਾਨੂੰ ਰਿਫਿਊਜ਼ਲ ਦੇ ਰੀਜ਼ਨਸ ਸਮਝਣੇ ਪੈਣਗੇ, ਕੀ ਰੀਜ਼ਨਸ ਨੇ। ਦੂਸਰੀ ਜਗ੍ਹਾ ਆਪਾਂ ਜਿਹੜਾ ਬੱਚਾ ਦੁਬਾਰਾ ਅਪਲਾਈ ਕਰ ਰਿਹਾ ਐਵੇਂ 4 ਵਾਰ ਅਪਲਾਈ ਕਰਕੇ ਰਿਫਿਊਜ਼ਲ ਕਰਵਾਉਣ ਤੋਂ ਅੱਛਾ ਹੈ ਆਪਾਂ ਇੱਕ ਆਪਣੇ ਪੈਨਲ ਤੇ ICCRC ਮੈਂਬਰ ਰੱਖ ਕੇ ਉਹਦੇ ਥਰੂ ਆਪਣੀ ਫਾਈਲ ਨੂੰ ਅੱਗੇ ਰਿਪਰੈਜ਼ੈਂਟ ਕਰੀਏ। ਆਈਲੈਟਸ ਸਕੋਰ ਨੂੰ ਇੰਪਰੂਵ ਕਰਨ ਦੀ ਮੇਰੇ ਅਕੋਰਡਿੰਗਲੀ ਜ਼ਰੂਰਤ ਨਹੀਂ ਹੈ। ਕਿਤੇ ਵੀ ਵੀਜ਼ਾ ਅਫਸਰ ਨੇ ਤੁਹਾਨੂੰ ਨੌਨ SDS ਕੈਟਾਗਰੀ ਕਰਕੇ ਰਿਫਿਊਜ਼ ਨਹੀਂ ਕੀਤਾ, ਇਸ ਕਰਕੇ ਤੁਹਾਨੂੰ ਆਪਣੀਆਂ ਬਾਕੀ ਚੀਜ਼ਾਂ ਸੁਧਾਰਨ ਦੀ ਜ਼ਰੂਰਤ ਹੈ। ਜਿਹੜੀਆਂ ਚੀਜ਼ਾਂ ਤੁਹਾਡੀਆਂ ਰਿਫਿਊਜ਼ਲ ਦੇ ਵਿੱਚ ਤੁਹਾਡੇ ਜੈਨੂਇਨ ਰੀਜ਼ਨਸ ਆਏ ਨੇ ਤੇ ਇੱਕ ਵਾਰ ਆਪਾਂ ਕੇਪ ਨੋਟ ਜ਼ਰੂਰ ਕਰਵਾਵਾਂਗੇ ਬੱਚੇ ਦਾ, ਕਿਉਂਕਿ 4 ਵਾਰ ਫਾਈਲ ਪੁੱਟ ਔਨ ਕਰ ਚੁੱਕਿਆ, 4 ਵਾਰ ਬੱਚੇ ਨੇ ਫਾਈਲ ਦੇ ਵਿੱਚ ਅਲੱਗ-ਅਲੱਗ ਡਾਕੂਮੈਂਟ ਲਗਾਏ ਹੋਣਗੇ, ਹਰ ਵਾਰ ਉਹਨੇ ਟਰਾਈ ਕੀਤਾ ਹੋਊਗਾ, ਹਰ ਕੰਸਲਟੈਂਟ ਨੇ ਆਪਣੇ ਹਿਸਾਬ ਦੇ ਨਾਲ ਆਪਣੇ ਤਰੀਕੇ ਦੇ ਨਾਲ ਜਿਹੜੇ ਪ੍ਰੋਫਾਈਲ ਨੂੰ ਅੱਗੇ ਰਿਪਰੈਜ਼ੈਂਟ ਕੀਤਾ ਹੋਣਾ। ਇਸ ਕਰਕੇ ਵੀਜ਼ਾ ਸ਼ੋਰਟੀ ਆ, ਮੈਂ ਵੀਜ਼ਾ ਲੈ ਲੂੰਗੀ ਬਟ ਮੇਰੇ ਅਕੋਰਡਿੰਗਲੀ ਤੁਹਾਨੂੰ ਚੱਲਣਾ ਪਊਗਾ, ਮੇਰੇ ਅਕੋਰਡਿੰਗਲੀ ਹਰਪ੍ਰੀਤ ਤੁਹਾਨੂੰ ਚੀਜ਼ਾਂ ਸਮਝਣੀਆਂ ਪੈਣਗੀਆਂ। ਉਹ ਚੀਜ਼ਾਂ ਸਮਝਾਉਣ ਤੋਂ ਬਾਅਦ ਜੇ ਤੁਸੀਂ ਫੋਲੋ ਕਰਦੇ 110% ਆਪਾਂ ਵੀਜ਼ਾ ਗ੍ਰਾਂਟ ਕਰਾ ਦਾਂਗੇ ਜੀ। ਸੋ ਆਫਟਰ ਰਿਫਿਊਜ਼ਲ ਕਿਸ ਤਰ੍ਹਾਂ ਵੀਜ਼ਾ ਲਿਆ ਜਾਂਦਾ ਸੀ ਉਹਦੇ ਵਿੱਚ ਮਦਦ ਕਰਦੇ ਨੇ ਸਾਡੇ ਐਕਸਪਰਟ। ਸੋ ਫਿਲਹਾਲ ਜੀ 4 ਰਿਫਿਊਜ਼ਲਸ ਨੇ, ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ। ਕੈਨੇਡਾ ਇੱਕ ਇਦਾਂ ਦੀ ਕੰਟਰੀ ਹੈ ਜਿਹੜੀ ਤੁਹਾਨੂੰ ਬਾਰ-ਬਾਰ ਮੌਕਾ ਦਿੰਦੀ ਹੈ। ਮੈਡਮ ਸਤਿ ਸ਼੍ਰੀ ਅਕਾਲ। ਹੈਲੋ ਮੈਡਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਸਵਾਲ ਹੈ? ਮੈਮ ਮੇਰਾ ਟੌਪਿਕ ਇਹ ਸੀਗਾ ਕਿ ਜਿਵੇਂ ਕਿ ਮੈਂ ਆਈਲੈਟਸ ਕੀਤੀ ਹੋਈ ਹੈ ਤੇ ਮੇਰਾ ਓਵਰਆਲ ਸਕੋਰ ਤਾਂ 6.5 ਪਰ ਇੱਕ ਦੇ ਵਿੱਚੋਂ 5.5 ਨੇ। ਮੈਂ ਕੈਨੇਡਾ ਲਈ ਅਪਲਾਈ ਕਰਨਾ ਸੀਗਾ ਪਰ ਹੁਣ ਜਿਵੇਂ ਰਿਫਿਊਜ਼ਲਾਂ ਬਹੁਤ ਜ਼ਿਆਦਾ ਆਈਆਂ ਜਿਨ੍ਹਾਂ ਦਾ ਬੈਂਡ ਸਕੋਰ 5.5 ਸੀਗਾ, ਜੇ ਰਹਿ ਗਿਆ ਸੀ ਇੱਕ ਤੇ ਘਰ ਦੇ ਬੋਲਦੇ ਕਿ ਆਈਲੈਟਸ ਤੁਸੀਂ ਰਿਪੀਟ ਕਰੋ ਤੇ ਜ਼ਰੂਰਤ ਹੈਗੀ ਆ ਤੇ ਇਹਦੇ ਤੇ ਮੇਰਾ ਵੀਜ਼ਾ ਆ ਜਾਏਗਾ। ਤੁਸੀਂ ਪਹਿਲਾਂ ਕਿੰਨੀ ਵਾਰ ਆਈਲੈਟਸ ਦਾ ਪੇਪਰ ਅਟੈਂਪਟ ਕਰ ਚੁੱਕੇ ਹੋ ਤੁਸੀਂ? ਮੈਮ ਮੈਂ ਇੱਕੋ ਵਾਰੀ ਦਿੱਤਾ ਹੈ ਬਸ, ਇਹਦੇ ਚੋਂ ਮਤਲਬ ਕਿ ਇੱਕ ਚੋਂ 5.5 ਨੇ, ਹਜੇ ਤੱਕ ਮੈਂ ਕੋਈ ਰਿਪੀਟ ਨਹੀਂ ਕੀਤਾ ਪੇਪਰ ਆਪਣਾ। ਲਾਸਟ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? ਮੈਮ +2 ਹੈ ਜੀ। +2 ਹੈ, ਬਿਲਕੁਲ ਤੁਸੀਂ ਇਸ ਆਈਲੈਟ ਸਕੋਰ ਤੇ ਅਪਲਾਈ ਕਰ ਸਕਦੇ ਹੋ। ਮੈਨੂੰ ਨਹੀਂ ਲੱਗਦਾ ਰਿਪੀਟ ਕਰਨ ਦੀ ਆਪਾਂ ਨੂੰ ਜ਼ਰੂਰਤ ਹੈ। SDS ਕਾਲਜ ਦੇ ਵਿੱਚ ਆਪਾਂ ਐਡਮਿਸ਼ਨ ਲਵਾਂਗੇ, ਨੌਨ SDS ਕੈਟਾਗਰੀ ਦੇ ਅੰਡਰ ਆਪਾਂ SDS ਕੈਟਾਗਰੀ ਨੂੰ ਜਿਹੜੀ ਕਿ ਫੋਲੋ ਕਰਕੇ ਆਪਾਂ ਅਪਲਾਈ ਕਰ ਸਕਦੇ ਹਾਂ। ਰਿਪੀਟ ਕਰਨਾ ਇੱਕ ਤੁਹਾਡਾ ਪਰਸਨਲ ਜਿਹੜਾ ਉਹ ਡਿਸੀਜਨ ਹੈ, ਬਟ ਮੇਰੇ ਅਕੋਰਡਿੰਗਲੀ ਤੁਹਾਨੂੰ ਆਈਲੈਟਸ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਹੈ। ਔਰ ਇਸ ਆਈਲੈਟ ਸਕੋਰ ਤੇ ਈਜ਼ੀਲੀ ਵੀਜ਼ਾ ਨਿਕਲ ਜਾਂਦਾ। ਔਰ ਕਵਿਤਾ ਜੀ ਮੈਂ ਵਾਰ-ਵਾਰ ਇੱਕੋ ਹੀ ਗੱਲ ਸਟੂਡੈਂਟਸ ਨਾਲ ਕੀਤੀ ਆ, ਇਕੱਲੇ ਆਈਲੈਟ ਸਕੋਰ ਦੇ ਉੱਤੇ ਵੀਜ਼ਾ ਗ੍ਰਾਂਟ ਨਹੀਂ ਹੋਣਾ। ਤੁਹਾਡੀ SOP, ਤੁਹਾਡੀ ਫੰਡਿੰਗ, ਤੁਹਾਡਾ ਕੋਰਸ, ਤੁਹਾਡੀ ਲੋਕੇਸ਼ਨ, ਤੁਹਾਡਾ ਕਾਲਜ, ਹਰ ਚੀਜ਼ ਜਿਹੜੀ ਉਹ ਸਾਨੂੰ ਦੇਖ ਕੇ ਚੱਲਣੀ ਪੈਣੀ ਆ ਤਾਂ ਆਪਾਂ ਵੀਜ਼ਾ ਲੈ ਸਕਦੇ ਹਾਂ। ਕੱਲੇ ਆਈਲੈਟ ਸਕੋਰ ਦੇ ਉੱਤੇ ਵੀਜ਼ਾ ਜੇ ਗ੍ਰਾਂਟ ਹੁੰਦਾ ਹੋਵੇ ਤੇ ਅੱਜ 7 ਆਈਲੈਟ ਸਕੋਰ ਵਾਲਾ ਬੱਚਾ ਮੇਰੇ ਕੋਲ ਵਿਜ਼ਿਟ ਕਰਕੇ ਗਿਆ, ਮੈਨੂੰ ਮਿਲ ਕੇ ਗਿਆ, ਉਹਦੀ 3 ਵਾਰ ਰਿਫਿਊਜ਼ਲ ਆ ਤੇ ਉਹਦੀ ਕਿਸ ਕਰਕੇ ਰਿਫਿਊਜ਼ਲ, ਆਈਲੈਟ ਸਕੋਰ ਕਰਕੇ ਤਾਂ 3 ਵਾਰ ਰਿਫਿਊਜ਼ ਨਹੀਂ ਹੈ ਬੱਚਾ। ਇਸ ਕਰਕੇ ਬਾਕੀ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ ਕਿ ਅਸੀਂ ਜਿਹੜਾ ਕੋਰਸ ਲਿਆ SOP ਦੇ ਵਿੱਚ ਉਸ ਕੋਰਸ ਨੂੰ ਲੈ ਕੇ ਕਿਹੜੀਆਂ ਚੀਜ਼ਾਂ ਹੈ ਜਿਹੜੀਆਂ ਅਸੀਂ ਵੀਜ਼ਾ ਅਫਸਰ ਨੂੰ ਸੈਟੀਸਫਾਈ ਕਰਾਵਾਂਗੇ ਕਿ ਅਸੀਂ ਇਹ ਕੋਰਸ ਨੂੰ ਕਿਉਂ ਲੈ ਰਹੇ ਹਾਂ, ਇਹ ਕੋਰਸ ਲੈਣ ਦੇ ਸਾਡੇ ਕੀ ਰੀਜ਼ਨਸ ਨੇ, ਕੀ ਕਾਰਨ ਨੇ, ਅਸੀਂ ਇਸ ਤੋਂ ਬਾਅਦ ਆਪਣੀਆਂ ਫਿਊਚਰ ਪਲੈਨਿੰਗਸ ਇਹ ਰੱਖੀਆਂ ਹੋਈਆਂ ਨੇ, ਇਹ ਕੀਤੀਆਂ ਹੋਈਆਂ ਨੇ। ਉਹ ਚੀਜ਼ਾਂ ਸਮਝ ਕੇ ਅਸੀਂ ਵੀਜ਼ਾ ਅਫਸਰ ਜਦੋਂ ਸਾਡੀਆਂ ਚੀਜ਼ਾਂ ਨੂੰ, ਸਾਡੀਆਂ ਅਟੈਂਸ਼ਨਸ ਨੂੰ ਸਟੇਟਮੈਂਟ ਆਫ ਪਰਪਸ ਦੇ ਵਿੱਚ ਦੇਖਦਾ ਫਿਰ ਹੀ ਵੀਜ਼ਾ ਅਫਸਰ ਸਾਨੂੰ ਵੀਜ਼ਾ ਗ੍ਰਾਂਟ ਕਰਦਾ ਹੈ। ਔਰ ਕੱਲੇ ਆਈਲੈਟ ਸਕੋਰ ਦੇ ਉੱਤੇ ਵੀਜ਼ਾ ਗ੍ਰਾਂਟ ਨਹੀਂ ਹੁੰਦਾ, ਚਾਹੇ 20 ਵਾਰ ਆਈਲੈਟਸ ਪੇਪਰ ਦੇ ਦਿਓ, 6 ਈਚ ਵਾਲੇ ਬੱਚੇ ਦੀ ਵੀ ਕੋਈ ਸ਼ੋਰਟੀ ਨਹੀਂ ਹੈ ਕਿ ਵੀਜ਼ਾ ਆਏਗਾ। ਔਰ 5.5 ਵਾਲੇ ਬੱਚੇ ਦੀ ਕੋਈ ਵੀ ਨਾ ਨਹੀਂ ਹੈ ਕਿ ਬੱਚੇ ਨੂੰ 80% ਚਾਂਸ ਹੈ ਜਾਂ 90% ਚਾਂਸ ਹੈ। ਜੋ 6 ਈਚ ਵਾਲੇ ਦੇ ਆਈਲੈਟ ਸਕੋਰ ਵਾਲੇ ਬੱਚੇ ਦੇ ਚਾਂਸਿਸ ਨੇ ਉਹੀ 5.5 ਵਾਲੇ ਦੇ ਵੀ ਚਾਂਸਿਸ ਨੇ। ਇਸ ਕਰਕੇ ਕੱਲੇ ਆਈਲੈਟ ਸਕੋਰ ਦੇ ਉੱਤੇ ਵੀਜ਼ਾ ਨਹੀਂ ਟਿਕਿਆ। ਆਪਾਂ ਕੱਲੇ ਆਈਲੈਟ ਸਕੋਰ ਦੇ ਉੱਤੇ ਫੋਕਸ ਨਹੀਂ ਕਰਨਾ, ਆਪਾਂ ਸਾਰੀ ਫਾਈਲ ਦੇ ਉੱਤੇ ਫੋਕਸ ਕਰਨਾ ਹੈ। SOP ਡਾਕੂਮੈਂਟ ਆਪਾਂ ਕੀ ਲਾ ਰਹੇ ਹਾਂ, ਫੰਡਿੰਗ ਆਪਣੀ ਕੀ ਦਿਖਾ ਰਹੇ ਹਾਂ, ਆਪਣਾ ਫਾਈਨੈਂਸ਼ੀਅਲ ਬੈਕਗ੍ਰਾਉਂਡ ਕੀ ਆ, ਆਪਣਾ ਬਿਜ਼ਨਸ ਕੀ ਆ, ਸਾਰੀਆਂ ਚੀਜ਼ਾਂ ਦੇ ਰਿਵਿਊਜ਼ ਨੂੰ ਸਮਝਣ ਤੋਂ ਬਾਅਦ ਹੀ ਅਸੀਂ ਵੀਜ਼ਾ ਅਫਸਰ ਤੋਂ ਵੀਜ਼ਾ ਗ੍ਰਾਂਟ ਕਰਾ ਸਕਦੇ ਹਾਂ। ਇਸ ਕਰਕੇ ਸਾਨੂੰ ਇਹ ਚੀਜ਼ਾਂ ਸਾਰੀਆਂ ਸਮਝਣੀਆਂ ਪੈਣਗੀਆਂ ਜੀ। ਸੋ ਤੁਸੀਂ ਇਹ ਲਾਈਵ ਪ੍ਰੋਗਰਾਮ ਦੇਖ ਰਹੇ ਹੋ ਜੀ ਤੇ ਤੁਸੀਂ ਕਾਲ ਕਰਦੇ ਰਹਿਣਾ। ਸੋ ਨੈਕਸਟ ਕਾਲਰ ਵੀ ਸਾਡੇ ਨਾਲ ਨੇ, ਇੱਕ ਵਾਰ ਫਿਰ ਇਹਨਾਂ ਦਾ ਸਵਾਲ ਸੁਣ ਲੈਂਦੇ। ਹੈਲੋ ਮੈਡਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ ਜੀ, ਕੌਣ ਬੋਲ ਰਹੇ ਹੋ? ਹਾਂਜੀ ਮੈਮ ਮੈਂ ਨਾ ਪ੍ਰੀਤੀ ਗੱਲ ਕਰ ਰਹੀ ਹਾਂ। ਹਾਂਜੀ ਪ੍ਰੀਤੀ, ਕੀ ਸਵਾਲ ਹੈ? ਹਾਂਜੀ ਮੈਮ ਮੇਰਾ ਨਾ ਅਪਲਾਈ ਕੀਤਾ ਹੋਇਆ, ਓਵਰਆਲ ਮੇਰੇ 6.5 ਬੈਂਡ ਸਕੋਰ ਆ। ਰਾਈਟ, ਠੀਕ ਹੈ। ਹਾਂਜੀ ਠੀਕ ਹੈ, ਅੱਗੇ ਦੱਸੋ।
ਮੈਮ ਮੇਰੇ ਨਾ ਮਤਲਬ ਅਬੈਸੀ ਨੇ ਡੈਡਲਾਈਨ ਦਿੱਤੀ ਹੋਈ ਸੀ ਕਿ 6 ਅਗਸਤ ਤੱਕ ਰਿਜ਼ਲਟ ਆ ਜਾਣਗੇ, ਹਲੇ ਤੱਕ ਉਹਦੇ ਕੋਈ ਅਪਡੇਟ ਨਹੀਂ ਆਈ ਜੀ। ਅੱਛਾ, ਕਿਉਂਕਿ ਇਹ ਬੜਾ ਇੰਤਜ਼ਾਰ ਸੀ ਸਟੂਡੈਂਟ ਨੂੰ ਵੀ 6 ਅਗਸਤ ਤੱਕ ਸਾਡੇ ਰਿਜ਼ਲਟਸ ਆ ਜਾਣਗੇ, ਬਟ ਹਜੇ ਉਹ ਕਲੀਅਰ ਨਹੀਂ ਹੋ ਪਾਏ ਸਟੂਡੈਂਟਸ ਦੇ ਕੈਪਟਨ ਜੀ ਰਿਜ਼ਲਟ। ਰਿਜ਼ਲਟਸ ਜਿਹੜੇ ਉਹ ਕਲੀਅਰਸ ਹੋ ਰਹੇ ਨੇ 6 ਅਗਸਤ ਤੱਕ। ਉਹਨਾਂ ਨੇ ਡੈਡਲਾਈਨਸ ਦਿੱਤੀ ਸੀ, ਜੋ ਪਿਛਲਾ ਪ੍ਰੋਫਾਈਲ ਸਾ ਉਹ ਸਾਰਾ ਅਸੀਂ ਕਲੀਅਰ ਕਰ ਦਾਂਗੇ, ਬਟ ਕੋਈ ਵੀਜ਼ਾ ਅਫਸਰ ਨੇ ਆਪਾਂ ਨੂੰ ਲਿਖ ਕੇ ਨਹੀਂ ਦਿੱਤਾ ਕਿ ਆਪਾਂ 6 ਅਗਸਤ ਤੱਕ ਸਾਰੇ ਰਿਜ਼ਲਟ ਜਿਹੜੇ ਉਹ ਕਲੀਅਰ ਕਰ ਦਾਂਗੇ, ਕਿਉਂਕਿ ਉਹਨਾਂ ਦਾ ਵਰਕ ਸਟਾਈਲ ਆ, ਜੋ ਚੀਜ਼ਾਂ ਪੈਂਡੈਂਸੀ ਆ ਉਹ ਬੱਚਿਆਂ ਤੋਂ ਮੰਗੀਆਂ ਵੀ ਗਈਆਂ ਨੇ। ਔਰ 6 ਅਗਸਤ ਤੱਕ ਉਹਨਾਂ ਨੇ ਇਹ ਕਿਹਾ ਸੀਗਾ ਕਿ 6 ਅਗਸਤ ਤੋਂ ਪਹਿਲਾਂ ਤੁਸੀਂ ਆਪਣੇ ਸਾਰੇ ਜਿਹੜੇ ਡਾਕੂਮੈਂਟਸ ਅਪਲੋਡ ਕਰ ਦਿਓ ਤਾਂ ਕਿ ਅਸੀਂ 6 ਅਗਸਤ ਤੱਕ ਤੁਹਾਨੂੰ ਰਿਜ਼ਲਟਸ ਦੇ ਸਕੀਏ। ਹੁਣ ਜਿਹੜੇ ਬੱਚਿਆਂ ਨੇ ਡਾਕੂਮੈਂਟ ਦੁਬਾਰਾ ਅਪਲੋਡ ਕੀਤੇ ਆ, ਦੁਬਾਰਾ ਡਾਕੂਮੈਂਟਸ ਲਾਏ ਨੇ, ਤੇ ਉਹਨਾਂ ਬੱਚਿਆਂ ਦੇ ਦੁਬਾਰਾ ਪ੍ਰੋਫਾਈਲ ਨੂੰ ਵੀਜ਼ਾ ਅਫਸਰ ਵੀ ਚੈੱਕ ਕਰਨ ਤੋਂ ਬਾਅਦ ਹੀ ਤੁਹਾਨੂੰ ਰਿਜ਼ਲਟ ਦਊਗਾ। ਇਸ ਕਰਕੇ ਥੋੜਾ ਸਾਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ। 6 ਅਗਸਤ ਤੱਕ ਦੀ ਉਹਨਾਂ ਨੇ ਡੈਡਲਾਈਨ ਦਿੱਤੀ ਸੀ ਕਿ ਆਪਾਂ ਸਾਰਿਆਂ ਦੇ ਬੱਚਿਆਂ ਦੇ ਰਿਜ਼ਲਟ ਕਲੀਅਰ ਕਰ ਦਾਂਗੇ, ਬਟ 6 ਅਗਸਤ ਤੋਂ ਬਾਅਦ ਉਹ ਕੋਈ ਵੀ ਡਾਕੂਮੈਂਟਸ ਨਹੀਂ ਲੈਣਗੇ। ਜਿਹੜੇ ਡਾਕੂਮੈਂਟਸ 6 ਅਗਸਤ ਤੋਂ ਪਹਿਲਾਂ ਵੀਜ਼ਾ ਅਫਸਰ ਨੇ ਮੰਗੇ ਸੀਗੇ, ਕਿਸੇ ਦੀ ਫੰਡਿੰਗ ਨੂੰ ਲੈ ਕੇ, ਕਿਸੇ ਦੀ ਬੈਂਕ ਸਟੇਟਮੈਂਟ ਨੂੰ ਲੈ ਕੇ, ਕਿਸੇ ਦੀ ਆਫਰ ਲੈਟਰ, ਕਿਸੇ ਦੀ SOP ਮੰਗੀ ਸੀ, ਉਹ ਵੀਜ਼ਾ ਅਫਸਰ ਨੇ ਸਾਰੀਆਂ ਕਹੀਆਂ ਸੀਗੀਆਂ ਉਹ 6 ਅਗਸਤ ਤੋਂ ਪਹਿਲਾਂ ਆਪਾਂ ਅਪਲੋਡ ਕਰਨੀਆਂ ਸੀ ਤਾਂ ਕਿ ਉਹ 6 ਅਗਸਤ ਤੋਂ ਤੱਕ ਉਹ ਡੈਡਲਾਈਨ ਸੀਗੀ। ਬਟ ਵੀਜ਼ਾ ਅਫਸਰ ਨੇ ਇਹ ਕਿਹਾ ਸੀਗਾ ਕਿ 6 ਅਗਸਤ ਤੱਕ ਅਸੀਂ ਰਿਜ਼ਲਟ ਡਿਕਲੇਅਰ ਕਰਾਂਗੇ। ਹਾਂ, ਕੋਈ ਰਸ਼ ਹੋਣ ਕਰਕੇ ਮਤਲਬ ਅੰਬੈਸੀ ਦੇ ਵਿੱਚ ਤੇ ਵਾਰੀ ਸਿਰ ਸਾਰਿਆਂ ਦੇ ਰਿਜ਼ਲਟ ਜਿਹੜੇ ਉਹ ਕਲੀਅਰ ਹੋ ਰਹੇ ਨੇ। ਹੋਪਫੁਲੀ ਅਗਸਤ ਮੰਥ ਦੇ ਵਿੱਚ ਸਾਡੇ ਸਾਰਿਆਂ ਦੇ ਰਿਜ਼ਲਟ ਜਿਹੜੇ ਉਹ ਕਲੀਅਰ ਹੋ ਜਾਣਗੇ। ਥੋੜੇ ਜਿਹੇ ਸਾਨੂੰ ਪੇਸ਼ੈਂਸ ਬਣਾਉਣੇ ਪੈਣੇ ਆ, ਕਿਉਂਕਿ ਅਗਸਤ ਤੱਕ ਦਾ ਟਾਈਮ ਦਿੱਤਾ ਗਿਆ ਸੀਗਾ। ਸਤੰਬਰ ਦੀਆਂ ਵੀ ਬਹੁਤ ਸਾਰੀਆਂ ਫਾਈਲਸ ਨੇ ਜਿਹੜੀਆਂ ਅੰਬੈਸੀ ਦੇ ਵਿੱਚ ਪੁੱਟ ਆਨ ਹੋਈਆਂ, ਇਸ ਕਰਕੇ ਰਸ਼ ਕਾਫੀ ਹੈ। ਇਸ ਕਰਕੇ ਵਾਰੀ ਸਰ ਸਾਰਿਆਂ ਦੀ ਵਾਰੀ ਆ ਰਹੀ ਹੈ। ਜਿਹੜੇ ਬੱਚਿਆਂ ਦੇ ਰਿਜ਼ਲਟ ਸੀਗੇ ਉਹ ਵੀ ਡਿਕਲੇਅਰ, ਜਿਵੇਂ ਪਾਸ ਰਿਜ਼ਲਟ ਉਹਨਾਂ ਨੇ ਪੋਜ਼ਿਟਿਵ ਦਿੱਤਾ, ਉਹਨਾਂ ਦਾ ਵੀਜ਼ਾ ਸਟੈਂਪਡ ਹੋਣਾ। ਇਸ ਕਰਕੇ ਕਾਫੀ ਬਰਡਨ ਅੰਬੈਸੀ ਦੇ ਉੱਤੇ ਵੀ ਸਾਨੂੰ ਇਹ ਚੀਜ਼ ਸਮਝਣੀ ਪਊਗੀ। ਵਾਰੀ ਸਰ ਸਾਡੀ ਵਾਰੀ ਆ ਜਾਣੀ ਆ, ਅਸੀਂ ਹੁਣ ਥੋੜਾ ਜਿਹਾ ਦੇਖੋ ਹੁਣ ਇਸ ਵਾਰੀ ਰਿਜ਼ਲਟ ਤਾਂ ਸਾਰਿਆਂ ਦੇ ਆਣੇ ਹੀ ਆਣੇ ਨੇ। ਹੁਣ ਇਹ ਨਹੀਂ ਹੈ ਵੀ ਹਾਂਜੀ ਹੁਣ ਇਹ ਨਹੀਂਗਾ ਕਿ ਆਪਾਂ ਨੂੰ ਕੋਈ 3 ਮਹੀਨੇ ਜਾਂ 4 ਮਹੀਨੇ ਵੇਟ ਕਰਨ ਦੀ ਜ਼ਰੂਰਤ ਹੈ। ਵੱਧ ਤੋਂ ਵੱਧ ਮਹੀਨੇ 1.5 ਮਹੀਨੇ ਦੇ ਵਿੱਚ ਸਾਰੇ ਬੱਚਿਆਂ ਦੇ ਜਿਹੜੇ ਰਿਜ਼ਲਟਸ ਨੇ ਉਹ ਕਲੀਅਰ ਹੋ ਜਾਣਗੇ ਜੀ। ਸੋ ਜਿੱਥੇ ਤਾਂ ਹੁਣ ਸਤੰਬਰ ਵਾਲਿਆਂ ਦੇ ਰਿਜ਼ਲਟਸ ਕਲੀਅਰ ਹੋ ਜਾਣੇ ਨੇ ਜੀ, ਉੱਥੇ ਹੀ ਹੁਣ ਜਿਹੜੇ ਨਵੇਂ ਪਾਸ ਆਊਟ ਸਾਡੇ ਵਿਦਿਆਰਥੀ ਨੇ ਜਿਨ੍ਹਾਂ ਦੀਆਂ ਰਿਫਿਊਜ਼ਲ ਆਈਆਂ ਨੇ, ਉਹਨਾਂ ਨੇ ਹੁਣ ਤੋਂ ਹੀ ਤਿਆਰੀ ਖਿੱਚ ਦਿੱਤੀ ਹੈ ਜੀ ਆਪਣੀ ਜਨਵਰੀ ਇਨਟੇਕ ਦੇ ਵਾਸਤੇ। ਤੇ ਮੈਂ ਗੱਲ ਕਰਾਂ ਕਿ ਕ੍ਰੀਏਟਿਵ ਫਿਊਚਰ ਦੀ, ਤਾਂ ਕਿੱਦਾਂ ਦਾ ਇਧਰਲੇ ਪਾਸੇ ਤੁਹਾਡੀ ਤਿਆਰੀ ਚੱਲ ਰਹੀ ਹੈ ਸਟੂਡੈਂਟਸ ਨੂੰ? ਦੇਖੋ ਜੀ, ਜਨਵਰੀ ਇਨਟੇਕ ਨੂੰ ਲੈ ਕੇ ਸਾਡੀ ਪੂਰੀ ਤਿਆਰੀ ਹੈ। ਸਾਡੇ ਬੱਚੇ ਜਿਹੜੇ ਫਾਈਲਸ ਜਿਹੜੀਆਂ ਆਪਣੀਆਂ ਰੈਡੀ ਕਰ ਰਹੇ ਨੇ, ਅਸੀਂ ਪੂਰੀ ਤਿਆਰੀ ਨਾਲ ਬੈਠੇ ਆ ਕਿ ਆਪਾਂ ਸਤੰਬਰ ਦੇ ਵਿੱਚ ਜਾ ਕੇ ਬੱਚਿਆਂ ਦੀਆਂ ਜਨਵਰੀ ਇਨਟੇਕ ਵਾਲਿਆਂ ਦੀਆਂ ਸਾਰਿਆਂ ਦੀਆਂ ਫਾਈਲਸ ਜਿਹੜੀਆਂ ਸਬਮਿਟ ਕਰ ਦੇਣੀਆਂ। ਆਪਾਂ ਡੈਡਲਾਈਨ ਲੈ ਰਹੇ ਹਾਂ ਕਿ ਸਤੰਬਰ ਦੇ ਮੰਥ ਦੇ ਵਿੱਚ ਇਸ ਤੋਂ ਉੱਪਰ ਅਸੀਂ ਨਹੀਂ ਜਾਵਾਂਗੇ, ਕਿ ਸਤੰਬਰ ਦੇ ਵਿੱਚ, ਤਾਂ ਕਿ ਜਨਵਰੀ ਵਾਲਾ ਬੱਚਾ ਸਾਡਾ ਖੱਜਲ ਖਰਾਬ ਨਾ ਹੋ ਸਕੇ। ਜਿਵੇਂ ਹੁਣ ਸਤੰਬਰ ਵਾਲਾ ਬੱਚਾ ਵੀ ਕਿਤੇ ਨਾ ਕਿਤੇ ਖਰਾਬ ਹੋ ਰਿਹਾ, ਪਿਛਲੇ ਬੱਚੇ ਇਨਟੇਕ ਵਾਲੇ ਵੀ ਖਰਾਬ ਹੋ ਰਹੇ ਆ, ਡੈਫਰ ਮੰਗਾ ਰਹੇ ਨੇ। ਤੇ ਇਸ ਕਰਕੇ ਜਨਵਰੀ ਇਨਟੇਕ ਵਾਲਿਆਂ ਦੀ ਸਾਡੀ ਇਹ ਤਿਆਰੀ ਹੈ ਕਿ ਸਤੰਬਰ ਦੇ ਵਿੱਚ ਅਸੀਂ ਸਾਰੇ ਬੱਚਿਆਂ ਦੀਆਂ ਜਿੰਨੇ ਜਨਵਰੀ ਇਨਟੇਕ ਲਈ ਜਾਣਾ ਚਾਹੁੰਦੇ ਨੇ ਫਾਈਲਸ ਅਸੀਂ ਅੰਬੈਸੀ ਦੇ ਵਿੱਚ ਪੁੱਟ ਆਨ ਕਰ ਦਿੰਦੀਆਂ। ਔਰ ਜਿਹੜੇ ਬੱਚੇ ਨੇ ਜਨਵਰੀ ਇਨਟੇਕ ਲਈ ਐਡਮਿਸ਼ਨ ਲੈਣੀ ਹੈ, ਸਿਰਫ 10 ਤੋਂ 15% ਸੀਟਸ ਜਿਹੜੀਆਂ ਸਾਡੇ ਕੋਲ ਅਵੇਲੇਬਲ ਨੇ। ਇਸ ਤੋਂ ਬਾਅਦ ਸਾਨੂੰ ਐਡਮਿਸ਼ਨ ਲੈਣਾ ਜਨਵਰੀ ਇਨਟੇਕ ਲਈ ਮੁਸ਼ਕਿਲ ਹੋ ਜਾਊਗਾ। ਆਪਣੀਆਂ ਕੰਡੀਸ਼ਨਲ, ਚਾਹੇ +2 ਦਾ ਰਿਜ਼ਲਟ ਆਇਆ, ਆਈਲੈਟਸ ਪੇਪਰ ਨਹੀਂ ਦਿੱਤਾ, ਕੰਡੀਸ਼ਨਲ ਆਫਰ ਲੈਟਰ ਮੰਗਾ ਕੇ ਰੱਖ ਲਓ ਤਾਂ ਕਿ ਤੁਹਾਡੀਆਂ ਜਿਹੜੀਆਂ ਸੀਟਸ ਆ ਉਹ ਕਨਫਰਮ ਰਹਿਣ। ਕਿਉਂਕਿ ਜਨਵਰੀ ਇਨਟੇਕ ਜਿਹੜੇ ਕਾਲਜਸ ਆ ਉਹਨਾਂ ਨੇ ਵੀ ਇੱਕ ਤਰੀਕੇ ਨਾਲ ਇੱਕ ਡੈਡਲਾਈਨਸ ਕਲੀਅਰ ਕਰ ਦਿੱਤੀਆਂ ਕਿ ਅਗਸਤ ਤੋਂ ਬਾਅਦ ਉਹ ਜਨਵਰੀ ਇਨਟੇਕ ਲਈ ਸਾਨੂੰ ਸ਼ਾਇਦ ਐਡਮਿਸ਼ਨਸ ਨਾ ਦੇਣ। ਇਸ ਕਰਕੇ ਜਿਹੜੇ +2 ਵਾਲੇ ਆ ਬਿਨਾਂ ਗੈਪ ਵਧਾਏ ਆਪਣਾ ਅਪਲਾਈ ਕਰ ਸਕਦੇ ਆ, ਆਪਣਾ ਇੱਕ ਕੰਡੀਸ਼ਨਲ ਆਫਰ ਲੈਟਰ ਮੰਗਾ ਕੇ ਰੱਖ ਲੈਣ ਤਾਂ ਕਿ ਬੱਚੇ ਦੀ ਸੀਟ ਕਨਫਰਮ ਰਹੇ ਜੀ। ਸੋ ਆਫਰ ਲੈਟਰ ਦੇ ਵਾਸਤੇ, ਕੰਡੀਸ਼ਨਲ ਆਫਰ ਲੈਟਰ ਦੇ ਵਾਸਤੇ ਜਿਹੜਾ ਤੁਸੀਂ ਹੁਣ ਤੋਂ ਹੀ ਅਪਲਾਈ ਕਰ ਦਿਓ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਮੈਡਮ। ਹੈਲੋ, ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਆਵਾਜ਼ ਆ ਰਹੀ ਹੈ ਮੇਰੀ? ਹਾਂਜੀ ਮੈਮ, ਆ ਰਹੀ ਹੈ ਜੀ। ਕੀ ਸਵਾਲ ਹੈ ਮੈਮ? ਮੈਂ ਨਾ ਇੱਕ ਆਪਣੀ ਫਾਈਲ ਏਜੰਟ ਕੋਲੋਂ ਲਗਵਾਈ ਸੀ ਤੇ ਉਹ ਮੈਨੂੰ ਬੋਲ ਰਿਹਾ ਕਿ ਕੈਨੇਡਾ ਦਾ ਲਾਇਰ ਜਿਹੜਾ ਹਾਇਰ ਕਰਨਾ ਪੈਣਾ ਆ ਤੇ ਮੈਨੂੰ ਆਪਣੇ ਸਾਰੇ ਫੰਡ ਸ਼ੋ ਮੈਨੂੰ ਕਰਨੇ ਚਾਹੀਦੇ ਆ, ਨਹੀਂ ਕਰਨੇ ਚਾਹੀਦੇ। ਇਹ ਗੱਲ ਝੂਠ ਹੈ, ਸੱਚ ਹੈ? ਮੈਂ ਇਹ ਗੱਲ ਮੈਡਮ ਤੋਂ ਪੁੱਛੂਗੀ ਸੀ। ਕਿੱਦਾਂ? ਤੁਸੀਂ ਦੁਬਾਰਾ ਦੱਸੋ, ਏਜੰਟ ਕੀ ਕਹਿੰਦਾ ਤੁਹਾਡਾ? ਮੈਮ ਉਹ ਕਹਿ ਰਹੇ ਆ ਕਿ ਤੁਹਾਨੂੰ ਕੈਨੇਡਾ ਦਾ ਲਾਇਰ ਹਾਇਰ ਕਰਨਾ ਪੈਣਾ ਆ, ਕਾਹਦੇ ਵਾਸਤੇ? ਸਾਰੇ ਫੰਡ ਸ਼ੋ ਕਰਨੇ ਪੈਣੇ ਆ। ਅੱਛਾ, ਮੀਨਸ ਫੰਡ ਸ਼ੋ ਕਰਨ ਵਾਸਤੇ ਤੁਹਾਨੂੰ ਲਾਇਰ ਦੀ ਜ਼ਰੂਰਤ ਹੈ ਜਿਹੜਾ ਕੈਨੇਡਾ ਦੇ ਵਿੱਚ ਹੋਏਗਾ। ਮੇਰੇ ਅਕੋਰਡਿੰਗਲੀ ਤੁਹਾਨੂੰ ਉਹਨਾਂ ਨੇ ICCRC ਮੈਂਬਰ ਹਾਇਰ ਕਰਨ ਲਈ ਸੁਜੈਸਟ ਕੀਤਾ ਹੋਏਗਾ। ਓਕੇ, ਰਾਈਟ। ਹੈਲੋ ਹੈਲੋ ਹੈਲੋ
ਹਾਂਜੀ ਮੈਮ। ਤੁਸੀਂ ਆਲਰੇਡੀ ਅਪਲਾਈ ਕੀਤਾ ਹੋਇਆ ਐਸਡੀਐਸ ਪ੍ਰੋਫਾਈਲ ਹੈ ਤੁਹਾਡੀ ਜਾਂ ਨਾਨ ਐਸਡੀਐਸ ਹੈ? ਫੋਨ ਡਿਸਕਨੈਕਟ ਹੋ ਗਿਆ, ਸੋ ਆਵਾਜ਼ ਕਵਿਤਾ ਜੀ ਵੀ ਮੇਰੇ ਕੱਟ ਕੇ ਆ ਰਹੀ ਸੀ। ਅਕੋਰਡਿੰਗਲੀ ਉਹਨਾਂ ਨੇ ਇਹਨਾਂ ਨੂੰ ਸੁਜੈਸਟ ਕੀਤਾ ਹੋਊਗਾ ਕਿ ਵੀ ਤੁਸੀਂ- ਰਿਫਿਊਜ਼ਲਸ ਆ ਰਹੀਆਂ ਨੇ, ਠੀਕ ਹੈ। ਤੁਸੀਂ ICCRC ਮੈਂਬਰ ਦੇ ਥਰੂ ਆਪਣੀ ਫਾਈਲਸ ਜਿਹੜੀ ਉਹ ਪੁੱਟ ਆਨ ਕਰ ਲਓ। ਔਰ ਫੰਡਿੰਗ ਨੂੰ ਲੈ ਕੇ ਤੁਹਾਡਾ ਲਾਇਰ ਤੁਹਾਡਾ ਕੰਸਲਟੈਂਟ ਤੁਹਾਨੂੰ ਕੀ ਕਹਿ ਰਿਹਾ, ਕਿਵੇਂ ਦੇ ਫੰਡ ਚਾਹੀਦੇ ਨੇ, ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਆ। ਬਾਕੀ ਜਦੋਂ ਆਪਾਂ ਫਾਈਲ ਆਪਣੀ ਪੁੱਟ ਆਨ ਕਰਦੇ ਆ, SDS 'ਚ ਕਰੀਏ ਚਾਹੇ ਨਾਨ SDS 'ਚ ਕਰੀਏ, ਉਹਦੇ 'ਚ ਆਪਾਂ ਨੂੰ 6 ਮੰਥ ਦੀ ਆਪਣੀ ਬੈਂਕਿੰਗ ਦੇਣੀ ਹੁੰਦੀ ਆ। ਬੈਂਕਿੰਗ ਦੇ ਵਿੱਚ ਆਪਾਂ ਜ਼ੀਰੋ ਬੈਲੈਂਸ ਤਾਂ ਦਿਖਾ ਨਹੀਂ ਸਕਦੇ, ਜੋ ਵੀ ਤੁਹਾਡੇ ਕੋਲ ਫੰਡ ਆ, ਜੋ ਸਫੀਸ਼ੀਐਂਟ ਫੰਡ ਤੁਸੀਂ ਕਰ ਸਕਦੇ ਹੋ, ਉਹ ਜ਼ਰੂਰ ਦਿਖਾਣੇ ਚਾਹੀਦੇ ਜੀ। ਆ। ਅੱਛਾ, ਲਾਇਰ ਦੀ ਲੋੜ ਕਿਹਨੂੰ ਪੈ ਰਹੀ ਹੈ ਇਸ ਵੇਲੇ, ਕਿਹੜੇ ਸਟੂਡੈਂਟ ਨੂੰ ਜ਼ਰੂਰਤ ਹੈ? ਜੋ ਲਾਇਰ ਦੀ ਲੋੜ ਕਿਸੇ ਵੀ ਸਟੂਡੈਂਟ ਨੂੰ ਨਹੀਂ ਹੈ, ਬਟ ਜੇ ਸਟੂਡੈਂਟ ਕਹਿੰਦਾ ਹੈ ਕਿ ਮੇਰੀ ਰਿਫਿਊਜ਼ਲ ਨਾ ਆਵੇ, ਕੱਲ ਦੇ ਦਿਨ ਜੇ ਮੇਰੀ ਰਿਫਿਊਜ਼ਲ ਆ ਜਾਂਦੀ ਹੈ ਤੇ ਉਹਦੇ ਉੱਤੇ ਵਰਕਆਊਟ ਹੋਵੇ ਠੀਕ ਹੈ ਕਿ ਕਿਸ ਕਰਕੇ ਰਿਫਿਊਜ਼ਲ ਆਈ ਆ, ਉਸ ਸਟੇਜ ਤੇ ਜਾ ਕੇ ਅੱਜ ਹਰ ਕੰਸਲਟੈਂਟ ICCRC ਮੈਂਬਰ ਦੀ ਹੈਲਪ ਲੈ ਰਿਹਾ ਹੈ ਕਿ ਕੱਲ ਦੇ ਦਿਨ ਜੇ ਵੀਜ਼ਾ ਅਫਸਰ ਸਾਨੂੰ ਰਿਫਿਊਜ਼ ਵੀ ਕਰਦਾ ਹੈ ਤੇ ICCRC ਮੈਂਬਰ ਉਹਨੂੰ ਕੁਐਸਚਨ ਪੁੱਟ ਅਪ ਕਰ ਸਕਦਾ ਹੈ ਕਿ ਮੇਰਾ ਪ੍ਰੋਫਾਈਲ ਮੇਰੇ ਬੱਚੇ ਦਾ ਮੈਂ ਆਪਣੇ ਥਰੂ ਅੱਗੇ ਜਿਹੜਾ ਅਪਲਾਈ ਕੀਤਾ ਸੀਗਾ ਤੁਹਾਡੇ ਕੋਲ ਤੇ ਇਹਨੂੰ ਰਿਫਿਊਜ਼ ਕਿਉਂ ਕੀਤਾ ਹੈ। ਜੇ ਤੁਸੀਂ ਇਹ ਕਿਹਾ ਕਿ ਇਹ ਇੰਡੀਆ ਵਾਪਸ ਨਹੀਂ ਆਊਗਾ ਤੇ ਉਹਦਾ ਰੀਜ਼ਨ ਕੀ ਆ, ਤੁਹਾਨੂੰ ਕਿੱਥੋਂ ਲੱਗਿਆ, ਉਹਦੇ 'ਚ ਨਾਰਮਲ ਕੀ ਹੁੰਦਾ, ਅਸੀਂ ਵੀਜ਼ਾ ਅਫਸਰ ਨੂੰ ਕੁਐਸਚਨ ਪੁੱਟ ਅਪ ਨਹੀਂ ਕਰ ਸਕਦੇ। ਬੱਚਾ ਜਿਹੜਾ ਸਟੂਡੈਂਟ ਆਪਣਾ ਪ੍ਰੋਫਾਈਲ ਅੱਗੇ ਰਿਪਰੈਜ਼ੈਂਟ ਕਰ ਰਿਹਾ, ਉਹ ਬੱਚਾ ਆਪਣਾ ਜਿਹੜੀ ਫਾਈਲ ਲਾ ਰਿਹਾ, ਉਹ ਬੱਚਾ ਆਪਣਾ ਵੀਜ਼ਾ ਅਫਸਰ ਨੂੰ ਕੁਐਸਚਨ ਪੁੱਟ ਅਪ ਨਹੀਂ ਕਰ ਸਕਦਾ। ਇੱਕ ICCRC ਮੈਂਬਰ ਵੀਜ਼ਾ ਅਫਸਰ ਨੂੰ ਆਪਣਾ ਕੁਐਸਚਨ ਪੁੱਟ ਅਪ ਕਰ ਸਕਦਾ ਹੈ ਕਿ ਮੇਰੇ ਬੱਚੇ ਨੂੰ, ਮੇਰੇ ਸਟੂਡੈਂਟਸ ਨੂੰ ਤੁਸੀਂ ਕਿਉਂ ਰਿਫਿਊਜ਼ ਕੀਤਾ ਹੈ। ਇਸ ਕਰਕੇ ਅੱਜ ਹਰ ਕੰਸਲਟੈਂਟ ਤੁਹਾਨੂੰ ਰਾਏ ਦੇ ਰਿਹਾ ਹੈ ਕਿ ਤੁਸੀਂ ICCRC ਮੈਂਬਰ ਦੇ ਥਰੂ ਜਿਹੜੀ ਆ ਫਾਈਲ ਲਵਾਓ, ਕਿਉਂਕਿ ਸਾਡੀ ਕੰਪਨੀ ਨੇ ਵੀ ਆਪਣੇ ਪੈਨਲ ਤੇ 15-20 ICCRC ਮੈਂਬਰ ਰੱਖੇ ਨੇ ਤਾਂ ਕਿ ਸਾਨੂੰ ਹੈਲਪ ਦੀ ਜ਼ਰੂਰਤ ਪਵੇ ਜਾਂ ਅਸੀਂ ਆਪਣੇ ਫਾਈਲ, ਬੱਚਿਆਂ ਦੀ ਫਾਈਲ ਉਹਨਾਂ ਦੇ ਥਰੂ ਲਵਾਉਣੀ ਚਾਹੀਏ ਤੇ ਅਸੀਂ ਲਗਵਾ ਸਕੀਏ। ਇਸ ਕਰਕੇ ICCRC ਮੈਂਬਰ ਅੱਜ ਦੀ ਡੇਟ ਦੇ ਵਿੱਚ ਸਾਡੇ ਲਈ ਬਹੁਤ ਇੰਪੋਰਟੈਂਟ ਹੋ ਗਿਆ ਹੈ ਕਿ ਵੀਜ਼ਾ ਅਫਸਰ ਨੂੰ ਕੁਐਸਚਨ ਪੁੱਟ ਅਪ ਕੀਤਾ ਜਾਵੇ ਕਿ ਤੁਸੀਂ ਸਾਡਾ ਵੀਜ਼ਾ ਰਿਫਿਊਜ਼ ਕੀਤਾ, ਉਹਦੇ ਰੀਜ਼ਨਸ ਕੀ ਨੇ, ਤੇ ਉਹਦੇ ਕਰਕੇ ਹਰ ਕੰਸਲਟੈਂਟ ਤੁਹਾਨੂੰ ਰਾਏ ਦੇ ਰਿਹਾ ਹੈ ਕਿ ਤੁਸੀਂ ICCRC ਮੈਂਬਰ ਦੇ ਥਰੂ ਫਾਈਲ ਲਵਾਉਣੀ ਆ। ਤੇ ਸਾਡੇ ਕੋਲ ਆਪਸ਼ਨ ਹੈ, ਜੇ ਤੁਸੀਂ ਆਪਸ਼ਨ ਲੈਣਾ ਚਾਹੁੰਦੇ ਹੋ, ਪੈਸਾ ਖਰਚਣਾ ਚਾਹੁੰਦੇ ਹੋ ਤਾਂ ਤੁਸੀਂ ਖਰਚ ਸਕਦੇ ਹੋ ਇੱਕ ਬੈਸਟ ਸਰਵਿਸਿਜ਼ ਲੈਣ ਦੇ ਲਈ। ਜੀ। ਸੋ ਸਟੂਡੈਂਟਸ ਜੀ ਸਾਡੇ ਹੁਣ ਜਿਨ੍ਹਾਂ ਦੀਆਂ ਰਿਫਿਊਜ਼ਲਸ ਆਈਆਂ ਹੋਈਆਂ ਨੇ ਨਾ, ਉਹ ਸਾਰੇ ਸਟੂਡੈਂਟ ਜਿਹੜੇ ਨੇ ਹੁਣ ਜਨਵਰੀ ਇਨਟੇਕ ਦੇ ਵਿੱਚ ਜਿਹੜਾ ਹੈਗਾ ਅਪਲਾਈ ਜ਼ਰੂਰ ਕਰ ਲੈਣ ਜੀ, ਕਿਉਂਕਿ ਜਨਵਰੀ ਇਨਟੇਕ ਦਾ ਜਿਹੜਾ ਕ੍ਰੇਜ਼ ਹੈਗਾ ਜਾਂ ਰਸ਼ ਹੈਗਾ ਆਲਰੇਡੀ ਬਹੁਤ ਜ਼ਿਆਦਾ ਚੱਲ ਰਿਹਾ ਹੈ। ਸੋ ਹਰ ਸਟੂਡੈਂਟ ਇਸ ਵਾਰੀ ਅਪਲਾਈ ਕਰਨ ਦਾ ਇੱਛੁਕ ਹੈਗਾ। ਹੁਣ ਨਵੇਂ ਪਾਸ ਆਊਟ ਹੋਏ ਨੇ ਜੀ ਸਾਡੇ ਵਿਦਿਆਰਥੀ, ਉਹਨਾਂ ਨੇ ਵੀ ਅਪਲਾਈ ਕਰਨਾ ਹੈ, ਜਾਂ ਫਿਰ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਸੀ ਰਿਫਿਊਜ਼ਲਸ ਆਈਆਂ ਨੇ, ਉਹ ਸਟੂਡੈਂਟਸ ਵੀ ਜਨਵਰੀ ਇਨਟੇਕ ਦੇ ਵਿੱਚ ਜਾ ਰਹੇ ਨੇ। ਇਸ ਤੋਂ ਇਲਾਵਾ ਜੀ ਡੈਫਰਮੈਂਟ ਵਾਲੇ ਕਈ ਸਾਡੇ ਵਿਦਿਆਰਥੀ ਜਿਹੜੇ ਜਨਵਰੀ ਇਨਟੇਕ ਦੇ ਵਿੱਚ ਹੈਗੇ ਨੇ। ਸੋ ਹੁਣ ਫਿਰ ਬਾਰੀ ਆਏਗੀ ਮਈ ਦੀ। ਸੋ ਬੈਟਰ ਕਿ ਜਿਹੜਾ ਹੁਣ ਸਾਡੇ ਕੋਲੇ ਮੌਕਾ ਹੈ, ਪਹਿਲਾਂ ਅਸੀਂ ਉਸ ਚੀਜ਼ ਨੂੰ ਗ੍ਰੈਬ ਕਰ ਲਈਏ। ਹੈਲੋ ਜੀ ਮੈਡਮ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਮੈਮ ਜੀ, ਜਲਦੀ ਦੇ ਨਾਲ ਸਵਾਲ ਦੱਸ ਦਿਓ, ਕੀ ਸਵਾਲ ਹੈ? ਹਾਂਜੀ ਮੈਮ, ਮੈਂ ਆਇਲਟ ਕੀਤੀ ਹੋਈ ਆ। ਹਾਂਜੀ ਤਾਂ ਮੈਮ ਮੇਰੇ ਨਾ ਬੈਂਡ ਨਹੀਂ ਵੱਧ ਰਿਹਾ, 1 ਤੋਂ 5.5 ਹੀ ਰਹਿ ਜਾਂਦੇ ਆ। ਠੀਕ ਹੈ, ਮੈਨੂੰ ਨਾ ਇਹ ਦੱਸੋ ਕਿ ਮੇਰੇ ਬੈਂਡ ਦੇ ਵੱਧ ਸਕਦੇ ਨੇ ਨਹੀਂ? ਜੀ। ਇੱਕ ਹੋਰ ਸਾਡੇ ਪੜੋਸ ਦੇ ਵਿੱਚ ਸੀਗੇ, ਉਹ ਮੈਨੂੰ ਵੀ ਪੁੱਛਦੇ, ਕਹਿੰਦੇ ਕਵਿਤਾ 5.5 ਬੈਂਡ ਇੱਕ ਮੋਡਿਊਲ 'ਚ ਹੋਣ ਤਾਂ ਵੀਜ਼ਾ ਆ ਜਾਂਦਾ ਹੈ। ਮੈਂ ਕਿਹਾ ਜੀ ਸਾਡੇ ਐਕਸਪਰਟ ਹੀ ਬੈਟਰ ਦੱਸ ਸਕਦੇ ਨੇ, ਮੈਨੂੰ ਇਸ ਬਾਰੇ ਨੌਲੇਜ ਨਹੀਂ ਹੈ ਜ਼ਿਆਦਾ। ਦੇਖੋ ਕਵਿਤਾ ਜੀ, ਜਿਹੜਾ ਬੱਚਾ 5 ਵਾਰ ਪੇਪਰ ਦੇ ਚੁੱਕਿਆ, 4 ਵਾਰ ਦੇ ਚੁੱਕਿਆ, ਮੇਰੇ ਅਕੋਰਡਿੰਗਲੀ ਉਹ ਬੱਚੇ ਨੂੰ ਦੁਬਾਰਾ ਆਇਲਟਸ ਰਿਪੀਟ ਤੇ ਨਹੀਂ ਜਾਣਾ ਚਾਹੀਦਾ, ਕਿਉਂਕਿ ਮੈਂ ਵਾਰ-ਵਾਰ ਇਸ ਮੰਚ ਤੇ ਤੁਹਾਡੇ ਤੇ ਵੀ ਬੈਠ ਕੇ ਬੋਲਦੀ ਹਾਂ ਕਿ ਇਕੱਲੇ ਆਇਲਟਸ ਸਕੋਰ ਦੇ ਕਰਕੇ ਵੀਜ਼ਾ ਗ੍ਰਾਂਟ ਨਹੀਂ ਹੁੰਦਾ, ਰਿਫਿਊਜ਼ ਨਹੀਂ ਹੁੰਦਾ। ਹੋਰ ਵੀ ਬੜੇ ਰੀਜ਼ਨਸ ਨੇ ਵੀਜ਼ਾ ਜਿਹੜੇ ਆ ਰਿਫਿਊਜ਼ ਹੋਣ ਦੇ ਜਾਂ ਗ੍ਰਾਂਟ ਹੋਣ ਦੇ। ਇਸ ਕਰਕੇ ਦੁਬਾਰਾ ਬੱਚਾ ਵੀ ਫੈਡ ਅਪ ਹੋ ਜਾਂਦਾ। ਇਸ ਕਰਕੇ ਇਸੇ ਲਈ ਸਾਡੇ ਕੋਲ ਜਿਹੜੀ ਆ ਨਾਨ SDS ਕੈਟਾਗਰੀ ਹੈ ਕਿ ਚਾਹੇ ਸਾਡਾ ਆਇਲਟਸ ਸਕੋਰ ਘੱਟ ਵੀ ਆ ਤਾਂ ਵੀ ਅਪਲਾਈ ਕਰ ਸਕਦੇ ਆ। ਔਰ ਇਹ ਮਨ ਚੋਂ ਬੱਚੇ ਭੁਲੇਖਾ ਕੱਢ ਦੇਣ ਕਿ ਨਾਨ SDS ਰਿਫਿਊਜ਼ ਹੁੰਦਾ ਹੈ, SDS ਵੀਜ਼ਾ ਗ੍ਰਾਂਟ ਕਰਾਉਂਦਾ ਹੈ। ਇਹੋ ਜਿਹਾ ਕੋਈ ਵੀ ਪੈਨਲ ਨਹੀਂ ਬਣਿਆ, ਇਹੋ ਜਿਹਾ ਕੋਈ ਵੀ ਕਿਸੇ ਵੀ ਕਿਤੇ ਵੀ ਜਾ ਕੇ ਅਸੀਂ ਇੰਨਾ ਐਕਸਪੀਰੀਅੰਸ ਹੋ ਗਿਆ ਹੈ, ਜੇ ਸਾਨੂੰ ਪਤਾ ਹੋਵੇ ਨਾ ਕਿ ਨਾਨ SDS ਵੀਜ਼ਾ ਗ੍ਰਾਂਟ ਨਹੀਂ ਹੋਣੇ ਤੇ ਅਸੀਂ ਤੁਹਾਡੀ ਕਦੀ ਵੀ ਫਾਈਲ ਪੁੱਟ ਆਨ ਨਾ ਕਰੀਏ, ਕਿਉਂਕਿ ਤੁਹਾਡੀ ਰਿਫਿਊਜ਼ਲ ਆਉਣ ਤੋਂ ਬਾਅਦ ਵਧੀਆ ਸਾਨੂੰ ਵੀ, ਏਜੰਟ ਨੂੰ ਵੀ ਨਹੀਂ ਲੱਗਦਾ, ਉਹਦੀ ਵੀ ਕਮਾਈ ਮਰ ਜਾਂਦੀ ਆ, ਕਿਉਂਕਿ ਉਹਨੂੰ ਵੀ ਕਮਿਸ਼ਨ ਆਉਣਾ ਹੁੰਦਾ ਕਾਲਜਸ ਤੋਂ। ਇਸ ਕਰਕੇ SDS ਨਾਨ SDS ਕੈਟਾਗਰੀ ਦੋਨੋਂ ਕੈਟਾਗਰੀਜ਼ ਜਿਹੜੀਆਂ ਹੈਗੀਆਂ ਤੁਸੀਂ ਅਪਲਾਈ ਕਰ ਸਕਦੇ ਹੋ।
ਵੀਜ਼ਾ ਲੈ ਸਕਦੇ ਹੋ। ਕਿਸੇ ਵੀ ਕੈਟਾਗਰੀ ਦਾ ਸਕਸੈਸ ਰੇਟ ਵੱਧ ਨਹੀਂ ਹੈ, ਕਿਸੇ ਦਾ ਘੱਟ ਨਹੀਂ ਹੈ। ਇਸ ਕਰਕੇ ਆਈਲੈਟਸ ਰਿਪੀਟ ਤੇ ਅਸੀਂ ਤਾਂ ਹੀ ਜਾਂਦੇ ਹਾਂ ਕਿ ਅਸੀਂ ਐਸਡੀਐਸ ਕੈਟਾਗਰੀ ਚ ਅਪਲਾਈ ਕਰੀਏ। ਦੋਨੋਂ ਕੈਟਾਗਰੀਜ਼ ਚ ਵੀਜ਼ਾ ਗ੍ਰਾਂਟ ਹੁੰਦੇ ਨੇ, ਦੋਨੋਂ ਕੈਟਾਗਰੀ ਸੇਮ ਸਕਸੈਸ ਰੇਟ ਲੈ ਕੇ ਆਉਂਦੀਆਂ ਨੇ ਸਾਡੇ ਸਾਹਮਣੇ। ਕਿਸੇ ਵੀ ਤਰ੍ਹਾਂ ਦੀ ਮਨ ਚ ਘਬਰਾਹਟ ਪੈਦਾ ਕਰਕੇ ਵਾਰ-ਵਾਰ ਆਈਲੈਟਸ ਰਿਪੀਟ ਤੇ ਨਾ ਜਾਓ, ਪੈਸਾ ਨਾ ਖਰਾਬ ਕਰੋ। ਜਿਹੜਾ ਆਈਲੈਟਸ ਸਕੋਰ ਆ ਉਸ ਆਈਲੈਟਸ ਸਕੋਰ ਨਾਲ ਵਧੀਆ ਤਰੀਕੇ ਨਾਲ ਆਪਣੀ ਫਾਈਲ ਨੂੰ ਰਿਪਰੈਜ਼ੈਂਟ ਵੀਜ਼ਾ ਅਫਸਰ ਸਾਹਮਣੇ ਕਰਕੇ ਅਸੀਂ ਵੀਜ਼ਾ ਗ੍ਰਾਂਟ ਕਰਵਾ ਸਕਦੇ ਹਾਂ ਜੀ। ਸੋ ਐਸਡੀਐਸ ਤੇ ਜਨਰਲ ਜੀ, ਨਾਨ ਐਸਡੀਐਸ ਜਿਨ੍ਹਾਂ ਦੇ ਇੱਕ ਮੋਡਿਊਲ ਦੇ ਵਿੱਚ 5.5 ਰਹਿ ਜਾਂਦੇ ਨੇ, ਸੋ ਸਾਡੇ ਵਿਦਿਆਰਥੀਆਂ ਵਾਸਤੇ ਜੀ ਦੋਨੋਂ ਕੈਟਾਗਰੀਜ਼ ਕਿ ਤੁਸੀਂ ਕੈਨੇਡਾ ਦੇ ਵਿੱਚ ਅਪਲਾਈ ਕਰੋ ਤੇ ਵੀਜ਼ਾ ਜਿਹੜਾ ਸਕਸੈਸ ਰੇਟ ਹੈ ਜੀ ਉਹ ਮੈਟਰ ਕਰੇਗਾ ਤੁਹਾਡੀ ਆਲ ਓਵਰ ਪ੍ਰੋਫਾਈਲ ਦੇ ਉੱਤੇ, ਤੇ ਉਹਦੇ ਵਿੱਚ ਮਦਦ ਕਰਦੇ ਨੇ ਜੀ ਸਾਡੇ ਐਕਸਪਰਟ। ਸੋ ਸਾਡੇ ਅੱਜ ਦੇ ਮਹਿਮਾਨ ਜੀ ਕ੍ਰੀਏਟਿਵ ਫਿਊਚਰ ਤੋਂ ਮੈਡਮ ਗੁਰਪ੍ਰੀਤ ਮੈਮ, ਬਹੁਤ-ਬਹੁਤ ਸ਼ੁਕਰੀਆ, ਧੰਨਵਾਦ ਜੀ। ਥੈਂਕ ਯੂ ਕਵਿਤਾ ਜੀ। ਸੋ ਇਸੇ ਦੇ ਨਾਲ ਜੀ ਦਿਓ ਇਜਾਜ਼ਤ, ਨੈਕਸਟ ਟਾਈਮ ਫਿਰ ਮੁਲਾਕਾਤ ਕਰਾਂਗੇ। ਆਪਣਾ ਖਿਆਲ ਰੱਖੋ। ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਵੇਖਦੇ ਰਿਹਾ ਕਰੋ। ਧੰਨਵਾਦ।